ਤੀਲਾ ਤੀਲਾ ਹੋ ਜਾਂਦੀ ਕਬੀਰਦਾਰੀ, ਜੇ ਗੰਢ ਇਤਫਾਕ ਦੀ ਖੁੱਲ੍ਹ ਜਾਏ। ਪਾਰਸ ਮਿਟ ਜਾਂਦੀ ਗਲਤ ਅੱਖਰ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਏ। ਪਿਛਲੇ 2 ਸਾਲਾਂ ਦੇ ਵਿੱਚ 20 ਦੇ ਵਿੱਚ ਜਦ ਤੋਂ ਕਰੋਨਾ ਚੱਲੀ ਹੈ, ਢਾਡੀ ਹੈ ਜਿਹੜੇ ਇਹ ਕਹਿ ਲਓ ਵੀ ਭੁੱਖਮਰੀ 'ਚ ਜਿਉ ਰਹੇ। ਸ਼੍ਰੋਮਣੀ ਕਮੇਟੀ ਨੇ ਆਪਣੇ ਗੁਰਦੁਆਰਿਆਂ ਦੇ ਵੱਡੇ ਪ੍ਰੋਗਰਾਮ ਬੰਦ ਕਰ ਦਿੱਤੇ। ਲੋਕਾਂ ਦੇ ਵਿੱਚ ਸੀ ਜਿਹੜਾ ਇਕੱਠ ਨਾ ਹੋਣ ਕਰਕੇ, ਸਰਕਾਰੀ ਪਾਬੰਦੀਆਂ ਕਰਕੇ ਨਿੱਜੀ ਪ੍ਰੋਗਰਾਮ ਬੰਦ ਹੋ ਗਏ। ਕਿਸਾਨ ਮੋਰਚਾ ਸਰਕਾਰ ਦੇ ਸਤਾਏ ਹੋਏ ਲੋਕ ਉੱਧਰ ਚਲੇ ਗਏ, ਆਪਣੇ ਉਹਨਾਂ ਨੇ ਖੁਸ਼ੀ ਦੇ ਸਮਾਗਮ ਵੀ ਬੰਦ ਕਰੇ ਹੋਏ ਆ ਫਿਲਹਾਲ। ਇਹਨਾਂ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਢਾਡੀਆਂ ਦੀ ਸਾਰ ਲੈਣੀ ਚਾਹੀਦੀ ਸੀ। ਸਿੱਧਾ ਰਾਸ਼ਨ ਦੇਣਾ ਜਾਂ ਮਾਲੀ ਮਦਦ ਕਰਨੀ, ਉਹ ਢਾਡੀ ਜਥਿਆਂ ਨੂੰ ਪ੍ਰਾਪਤ। ਆਹ ਲੈਟਰ ਜੇ ਤੁਸੀਂ ਚੈੱਕ ਦੇਖੋਗੇ, ਮੈਂ ਦਿਖਾਵਾਂ ਤੁਹਾਨੂੰ, ਇਹ 1980 ਦੀ ਹੈ। 1980 ਦੇ ਵਿੱਚ ਗਿਆਨੀ ਹਰਦਿਆਲ ਸਿੰਘ ਜੀ ਬਾਠਾਂ ਦੇ ਜਥੇ ਨੂੰ 500 ਦੀ ਭੇਟਾ ਦੇ ਉੱਤੇ ਪ੍ਰੋਗਰਾਮ ਕਰਨ ਲਈ ਭੇਜੇ 40 ਸਾਲ ਪਹਿਲਾਂ। ਮੈਂ ਤਾਂ ਹੱਥ ਬੰਨ੍ਹ ਕੇ ਕਹੂੰਗਾ ਵੀ ਇਹਦੇ ਨੂੰ ਢਾਡੀ ਨਾ ਬਣੋ। ਹੁਣ ਤਿਆਰ ਆਪਣੇ ਬੱਚਿਆਂ ਨੂੰ ਵੀ ਮੈਂ ਕਹਿੰਦਾ ਵੀ ਤੁਸੀਂ ਛੱਡ ਦਿਓ, ਇਹ ਕੰਮ ਕੋਈ ਵਧੀਆ ਕੰਮ ਨਹੀਂ ਹੁਣ ਹੈਗਾ। ਮਜਬੂਰ ਕਰਤਾ ਸਰਕਾਰਾਂ ਨੇ। ਅੱਜ ਢਾਡੀ ਕੱਲਾ ਜਿਹੜਾ ਅੱਜ ਢਾਡੀ ਮੰਗਦਾ ਫਿਰਦਾ ਵਿਚਾਰਾ, ਕੋਈ ਉਹਦੀ ਸਾਰ ਨਹੀਂ ਰਿਹਾ। ਜੇ ਮੈਨੇਜਰ ਕੋਲ ਜਾਂਦੇ ਆ ਤਾਂ ਮੈਨੇਜਰ ਭੱਜ ਕੇ ਪੈਂਦਾ ਸਾਡੇ ਤੈਨੂੰ, ਜੇ ਖਜ਼ਾਨਚੀ ਕੋਲ ਜਾਂਦੇ ਆ ਤਾਂ ਖਜ਼ਾਨਚੀ ਭੱਜ ਕੇ ਪੈਂਦਾ ਸਾਡੇ ਕੋਲ, ਜੇ ਰਿਕਾਰਡ ਕੀਪਰ ਕੋਲ ਜਾਂਦੇ ਆ ਤਾਂ ਰਿਕਾਰਡ ਕੀਪਰ ਸਾਡੇ ਕੋਲ ਭੱਜ ਕੇ ਪੈਂਦਾ। ਤਾਂ ਢਾਡੀ ਦੀ ਕੋਈ ਸਾਰ ਨਹੀਂ। ਇਹਦੇ ਨਾਲ ਤਾਂ ਗਾਉਣੇ ਵਾਲੇ ਚੰਗੇ ਆ, ਜਿਨ੍ਹਾਂ ਨੂੰ ਬਾਦਲ ਸਾਹਿਬ ਨੇ 30-30 ਕਰੋੜ ਰੁਪਈਆ ਕਬੱਡੀ ਕੱਪਾਂ 'ਤੇ ਦਿੱਤਾ। ਕਈ ਢਾਡੀ ਇਹੋ ਜਿਹੇ ਜਿਹੜੇ ਮਿਸਤਰੀਆਂ ਦੇ ਨਾਲ ਦਿਹਾੜੀਆਂ ਲਾਉਣ ਜਾਂਦੇ, ਅਤੇ ਅੱਜ ਦੇ ਸਮੇਂ ਦੇ ਵਿੱਚ ਇੱਕ ਮਸ਼ਹੂਰ ਢਾਡੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਜੀਰੀ ਲਾਉਣ ਵਾਸਤੇ ਦਿਹਾੜੀ 'ਤੇ ਮਜਬੂਰ ਹੋਇਆ ਪਿਆ। ਉਹ ਆਪਣੇ ਬੱਚੀਆਂ, ਉਹਦੇ 7 ਬੱਚੀਆਂ ਨੇ, ਉਹ ਆਪਣੀਆਂ 7 ਬੱਚੀਆਂ ਨੂੰ ਨਾਲ ਲਿਜਾ ਕੇ ਖੇਤਾਂ ਦੇ ਵਿੱਚ ਜੀਰੀ ਲਾ ਕੇ ਆਉਂਦੇ। ਕੀ ਸੋਚਦੇ ਹੋ ਫਿਰ ਜ਼ਿੰਦਗੀ ਦੇ ਵਿੱਚ? ਹੁਣ ਸੋਚਣਾ ਤਾਂ ਵੀਰੇ ਇਹ ਹੈ ਵੀ ਹੁਣ ਅਸੀਂ ਛੱਡਣ ਨੂੰ ਮਜਬੂਰ ਹਾਂ। ਜੇ ਅੱਜ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਤਾਂ ਨਹੀਂ ਕਿਸੇ ਨੇ ਸਾਰ ਲਈ। ਜੇ ਅੱਜ ਹੋਰ ਮੁੱਦੇ ਉੱਠੇ ਤਾਂ ਨਹੀਂ ਕਿਸੇ ਨੇ ਸਾਰ ਲਈ। ਜੇ ਅੱਜ ਢਾਡੀ ਭੁੱਖਾ ਮਰ ਗਿਆ, ਢਾਡੀ ਘਰਾਂ ਬੈਠਾ ਏ, ਢਾਡੀ ਤੇ ਕਿਸੇ ਨੇ ਸਾਰ ਲਈ। ਜਿਨ੍ਹਾਂ ਨੇ ਵੰਗਾਰਨਾ ਸੀ, ਜਿਨ੍ਹਾਂ ਨੇ ਜੋਸ਼ ਭਰਨਾ ਸੀ, ਅੱਜ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਆਪਣੀ ਇੰਨੀ ਮਾੜੀ ਹੋ ਚੁੱਕੀ ਹੈ। ਢਿੱਡ ਜਿਹੜੇ ਉਹਨਾਂ ਦੇ ਪਿੱਠਾਂ ਨੂੰ ਲੱਗੇ ਨੇ, ਆਪਣੀ ਉਹਨਾਂ ਦੀ ਜ਼ੁਬਾਨ ਨਹੀਂ ਨਿਕਲਦੀ। ਇਸੇ ਕਰਕੇ ਸਾਡੀ ਕੌਮ ਦੀ ਅੱਜ ਬਹੁਤ ਜ਼ਿਆਦਾ ਗੈਰਤ ਮਰ ਵੀ ਚੁੱਕੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਸਤਨਾਮ ਸਿੰਘ ਹਾਂ। ਦੋਸਤੋ, ਸਿੱਖ ਕੌਮ ਦੀ ਜਦੋਂ ਗੱਲ ਕਰਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਸਿੱਖ ਕੌਮ ਦਾਨੀਆਂ ਦੀ ਕੌਮ ਹੈ। ਜਿੱਥੇ ਦੁਨੀਆ ਭਰ ਦੇ ਵਿੱਚ ਮੁਸੀਬਤਾਂ ਆਉਂਦੀਆਂ ਕਿਤੇ ਤਾਂ ਸਿੱਖ ਕੌਮ ਹਾਜ਼ਰ ਹੋ ਜਾਂਦੀ ਹੈ, ਸੇਵਾ ਕੀਤੀ ਜਾਂਦੀ ਹੈ, ਦੁਨੀਆ ਦੇ ਢਿੱਡ ਭਰੇ ਜਾਂਦੇ ਨੇ। ਪਰ ਇੱਕ ਦੁੱਖ ਦੀ ਗੱਲ ਵੀ ਹੈ, ਇੱਕ ਦੁਖਾਂਤ ਵੀ ਹੈ ਕਿ ਸਿੱਖ ਕੌਮ ਦੀਆਂ ਪਰੰਪਰਾਵਾਂ ਜਿਹੜੀਆਂ ਗੁਰੂ ਸਾਹਿਬਾਨਾਂ ਨੇ ਆਪ ਆਰੰਭ ਕੀਤੀਆਂ ਸੀ, ਉਹ ਚਾਹੇ ਮੱਲ ਅਖਾੜੇ ਹੋਣ ਜਾਂ ਢਾਡੀ ਪਰੰਪਰਾ ਹੋਵੇ ਜਾਂ ਇਸੇ ਤਰ੍ਹਾਂ ਦੀਆਂ ਗੁਰੂ ਸਾਹਿਬਾਨਾਂ ਵੱਲੋਂ ਸ਼ੁਰੂ ਕੀਤੀਆਂ, ਆਰੰਭ ਕੀਤੀਆਂ ਪਰੰਪਰਾਵਾਂ, ਜਿਨ੍ਹਾਂ ਦਾ ਗੁਰੂ ਸਾਹਿਬ ਨੇ ਆਪ ਵਿਸਥਾਰ ਕੀਤਾ, ਪ੍ਰਚਾਰ ਪ੍ਰਸਾਰ ਕੀਤਾ, ਉਹ ਪਰੰਪਰਾਵਾਂ ਅੱਜ ਖਤਮ ਹੋਣ ਦੀ ਕਗਾਰ 'ਤੇ ਨੇ। ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਅਪਣਾਉਣਾ ਨਹੀਂ ਚਾਹੁੰਦੀਆਂ, ਅਤੇ ਜਿਹੜੇ ਇਸ ਵੇਲੇ ਉਹਨਾਂ ਪਰੰਪਰਾਵਾਂ ਦੇ ਪ੍ਰਚਾਰ ਪ੍ਰਸਾਰ ਵਿੱਚ ਨੇ ਜਾਂ ਉਹਨਾਂ ਪਰੰਪਰਾਵਾਂ ਦਾ ਹਿੱਸਾ ਨੇ, ਉਹ ਲੋਕ ਅੱਜ ਆਪਣਾ ਜੀਵਨ ਬਸਰ ਚੰਗੀ ਤਰ੍ਹਾਂ ਨਹੀਂ ਕਰ ਪਾ ਰਹੇ। ਸੋ ਉਹਨਾਂ ਪਰੰਪਰਾ ਦੇ ਵਿੱਚੋਂ ਇੱਕ ਪਰੰਪਰਾ ਢਾਡੀ ਪਰੰਪਰਾ ਹੈ, ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਧਰਮ ਦੇ ਵਿੱਚ ਲੈ ਕੇ ਆਂਦੀ ਅਤੇ ਉਸ ਦਾ ਪ੍ਰਚਾਰ ਪ੍ਰਸਾਰ ਕੀਤਾ। ਢਾਡੀ ਸਾਹਿਬਾਨਾਂ ਦਾ ਬਹੁਤ ਵੱਡਾ ਯੋਗਦਾਨ, ਜਿੱਥੇ ਸਿੰਘਾਂ ਨੂੰ ਜੋਸ਼ ਭਰਨ ਦੇ ਵਿੱਚ ਰਿਹਾ ਤਾਂ ਉਹਨਾਂ ਨੇ ਇਤਿਹਾਸ ਦਾ ਵੀ ਪ੍ਰਚਾਰ ਪ੍ਰਸਾਰ ਕੀਤਾ। ਸੋ ਅੱਜ ਸਾਡੇ ਨਾਲ ਢਾਡੀ ਜਥੇ ਮੌਜੂਦ ਨੇ, ਜਿਨ੍ਹਾਂ ਦਾ ਇੱਕ ਦਰਦ ਹੈ ਕਿ ਸਿੱਖ ਕੌਮ ਨੇ ਅੱਜ ਸਾਡੀ ਸਾਰ ਲੈਣੀ ਬੰਦ ਕਰ ਦਿੱਤੀ। ਪਿਛਲੇ ਦਿਨਾਂ ਦੇ ਵਿੱਚ ਜੋ ਕਰੋਨਾ ਦਾ ਪ੍ਰਭਾਵ ਪੂਰੇ ਦੇਸ਼ ਦੇ ਵਿੱਚ ਵਧਿਆ, ਉਹਨਾਂ ਦੇ ਵਿੱਚ ਇਹਨਾਂ ਦੀ ਕੀ ਹਾਲਤ ਹੋਈ, ਕੀ ਇਹਨਾਂ ਦਾ ਮੁੱਦਾ ਹੈ, ਕੀ ਇਹਨਾਂ ਦੇ ਮਨ ਦੇ ਵਿੱਚ ਰੋਸ ਹੈ, ਕੀ ਗੱਲਾਂ ਬਾਤਾਂ ਨੇ, ਉਹ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ, ਕੀ ਨਾਮ ਹੈ ਜੀ ਆਪਣਾ? ਜੱਥਾ ਕਿਹੜਾ? ਮੇਰਾ ਨਾਮ ਗਿਆਨੀ ਸਵਰਨ ਸਿੰਘ ਢੰਗਰਾਲੀ ਦੇ ਨਾਂ ਤੇ ਜੱਥਾ ਚੱਲਦਾ ਜੀ। ਹਾਂਜੀ, ਅੱਜ ਇਹ ਜਿਹੜਾ ਤੁਸੀਂ ਇਕੱਠ ਕੀਤਾ ਹੈ, ਇਕੱਠੇ ਹੋਏ ਹੋ, ਕੀ ਕਾਰਨ ਹੈ? ਇਹਦਾ ਕਾਰਨ ਇਹ ਹੈ ਵੀ ਜਿਹੜੇ ਸਾਡੀ ਢਾਡੀ ਪਰੰਪਰਾ ਤੇ ਸ਼੍ਰੋਮਣੀ ਕਮੇਟੀ ਦੋਹੇ ਪੰਥ ਦੀਆਂ ਅਹਿਮ ਅੰਗ ਨੇ ਜੀ, ਤੇ ਢਾਡੀਆਂ ਦਾ ਮੁੱਢਲੀ ਜ਼ਿੰਮੇਵਾਰੀ ਹੈ ਇਤਿਹਾਸ ਤੋਂ ਕੌਮ ਨੂੰ ਜਾਣੂ ਕਰਾਉਣਾ।
ਜੇ ਇਤਿਹਾਸ ਨਹੀਂ ਹੈ ਤਾਂ ਜਿਹੜੀ ਕੌਮ ਹੈ ਉਹ ਚੜ੍ਹਦੀ ਕਲਾ 'ਚ ਨਹੀਂ ਰਹਿ ਸਕਦੀ। ਆਪਾਂ ਕਈ ਵਾਰ ਇਹ ਗੱਲਾਂ ਸੁਣੀਆਂ ਵੀ ਤੀਲਾ ਤੀਲਾ ਹੋ ਜਾਂਦੀ ਕਬੀਰਦਾਰੀ ਜੇ ਗੰਢ ਇਤਫਾਕ ਦੀ ਖੁੱਲ੍ਹ ਜਾਏ, ਪਾਰਸ ਮਿਟ ਜਾਂਦੀ ਗਲਤ ਅੱਖਰ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਏ। ਪਿਛਲੇ 2 ਸਾਲਾਂ ਦੇ ਵਿੱਚ 20 ਦੇ ਵਿੱਚ ਜਦ ਤੋਂ ਕਰੋਨਾ ਚੱਲੀ ਹੈ, ਢਾਡੀ ਹੈ ਜਿਹੜੇ ਇਹ ਕਹਿ ਲਓ ਵੀ ਭੁੱਖਮਰੀ 'ਚ ਜਿਉ ਰਹੇ ਹਨ। ਸ਼੍ਰੋਮਣੀ ਕਮੇਟੀ ਨੇ ਆਪਣੇ ਗੁਰਦੁਆਰਿਆਂ ਦੇ ਵੱਡੇ ਪ੍ਰੋਗਰਾਮ ਬੰਦ ਕਰ ਦਿੱਤੇ। ਲੋਕਾਂ ਦੇ ਵਿੱਚ ਸੀ ਜਿਹੜਾ ਇਕੱਠ ਨਾ ਹੋਣ ਕਰਕੇ ਸਰਕਾਰੀ ਪਾਬੰਦੀਆਂ ਕਰਕੇ ਨਿੱਜੀ ਪ੍ਰੋਗਰਾਮ ਬੰਦ ਹੋ ਗਏ। ਕਿਸਾਨ ਮੋਰਚਾ ਸਰਕਾਰ ਦੇ ਸਤਾਏ ਹੋਏ ਲੋਕ ਉੱਧਰ ਚਲੇ ਗਏ, ਆਪਣੇ ਉਹਨਾਂ ਨੇ ਖੁਸ਼ੀ ਦੇ ਸਮਾਗਮ ਵੀ ਬੰਦ ਕਰੇ ਹੋਏ ਫਿਲਹਾਲ। ਇਹਨਾਂ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਢਾਡੀਆਂ ਦੀ ਸਾਰ ਲੈਣੀ ਚਾਹੀਦੀ ਸੀ। ਸਿੱਧਾ ਰਾਸ਼ਨ ਦੇਣਾ ਜਾਂ ਮਾਲੀ ਮਦਦ ਕਰਨੀ ਉਹ ਢਾਡੀ ਜਥਿਆਂ ਨੂੰ ਪ੍ਰਾਪਤ ਨਹੀਂ ਹੋਈ। ਤੇ ਖਾਸ ਕਰਕੇ ਆਪਾਂ ਇਹ ਗੱਲ ਕਹਾਂਗੇ ਵੀ ਐਡੇ ਖੁੱਲ੍ਹੇ ਵਿਸਤਾਰ 'ਚ ਕਿਹੜੇ ਕਿਹੜੇ ਜਥਿਆਂ ਨੂੰ ਉਹ ਲਿਸਟਡ ਕਰਦੇ। ਜਿਹੜੇ ਢਾਡੀ ਜਥੇ ਸ਼੍ਰੋਮਣੀ ਕਮੇਟੀ ਦੀਆਂ ਸਟੇਜਾਂ ਦੇ ਉੱਤੇ ਸੰਗਰਾਂਦ ਨੂੰ, ਪੂਰਨਮਾਸੀ ਨੂੰ, ਮੱਸਿਆ ਨੂੰ, ਸ਼ਹੀਦੀ ਜੋੜ ਮੇਲਿਆਂ ਨੂੰ, ਵਿਸਾਖੀ ਨੂੰ, ਹੋਲੇ ਦੇ ਉੱਤੇ ਬੋਲਦੇ ਆ, ਉਹ ਜਿਨ੍ਹਾਂ ਨੂੰ ਪੱਤਰ ਕੱਢ ਕੇ ਬੁਲਾਉਂਦੇ ਆ, ਉਹ ਲਿਸਟਡ ਜਥਿਆਂ ਦੀ ਘੱਟੋ ਘੱਟ ਸਾਰ ਸ਼੍ਰੋਮਣੀ ਕਮੇਟੀ ਨੂੰ ਲੈਣੀ ਬਣਦੀ ਸੀ, ਉਹ ਲਈ ਨਹੀਂ ਉਹਨਾਂ ਨੇ। ਤੁਸੀਂ ਪਹੁੰਚ ਕਰਨ ਦਾ ਯਤਨ ਕੀਤਾ ਸ਼੍ਰੋਮਣੀ ਕਮੇਟੀ ਤੱਕ ਜਾਂ ਗੁਰਦੁਆਰਾ ਸਾਹਿਬਾਨ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਕਮੇਟੀ ਦੇ ਨੇੜੇ ਨੇ? ਜਥੇਬੰਦਕ ਤੌਰ ਤੇ ਅਸੀਂ ਨਹੀਂ ਕੀਤਾ। ਜਥੇਬੰਦਕ ਤੌਰ ਤੇ ਨਹੀਂ ਕੀਤਾ। ਜਥੇਬੰਦਕ ਤੌਰ ਤੇ ਅਸੀਂ ਉਪਰਾਲਾ ਜਿਹੜਾ ਕੀਤਾ, ਸਾਨੂੰ ਨਿੱਜੀ ਸੰਸਥਾਵਾਂ ਜਿਵੇਂ ਖਾਲਸਾ ਏਡ ਹੈ, ਇੱਕ ਅਹਿਮਦਗੜ੍ਹ ਤੋਂ ਬਾਬਾ ਜੀ ਤੇ ਕਿਹੜੇ ਰਾੜਾ ਸਾਹਿਬ ਦੀ ਸ਼ਾਖਾ ਹੈ ਉਹਨਾਂ ਤੋਂ, ਤੇ ਇੱਕ ਸਾਡੇ ਪਰਵਾਨਾ ਜੀ ਹੈ ਰਾਜਪੁਰੇ ਤੋਂ, ਬਲਜਿੰਦਰ ਪਰਵਾਨਾ ਜੀ, ਇਹ ਜਿਹੜੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਜਾਂ ਸਮਾਜ ਸੇਵੀ ਨੇ, ਉਹਨਾਂ ਤੋਂ ਅਸੀਂ ਲੈ ਕੇ ਢਾਡੀਆਂ ਨੂੰ ਵੰਡੀਆਂ ਜ਼ਰੂਰਤਮੰਦਾਂ ਨੂੰ। ਉਹਨਾਂ ਤੱਕ ਪਹੁੰਚ ਕੀਤੀ ਆ? ਹਾਂ, ਉਹਨਾਂ ਤੱਕ ਅਸੀਂ ਪਹੁੰਚ ਕੀਤੀ ਹੈ। ਹਾਂਜੀ, ਤੇ ਮਤਲਬ ਸੰਸਥਾਵਾਂ ਨੇ ਜਿਹੜੀਆਂ ਆਪਣੇ ਤੌਰ ਤੇ ਕੰਮ ਕਰ ਰਹੀਆਂ, ਉਹਨਾਂ ਨੇ ਮਦਦ ਕੀਤੀ ਹੈ, ਪਹੁੰਚ ਕਰਨ ਤੇ ਕੀਤੀ ਹੈ, ਜਾਂ ਫਿਰ ਤੁਹਾਨੂੰ ਲੱਭਿਆ ਗਿਆ ਜਥਿਆਂ ਨੂੰ ਆਪ ਤੁਹਾਡੇ ਤੱਕ ਪਹੁੰਚ ਕੀਤੀ ਜਾਂ ਤੁਸੀਂ ਪਹੁੰਚ ਕੀਤੀ ਹੈ? ਹਾਂ, ਜਿਹੜੀ ਤੁਸੀਂ ਪਹੁੰਚ ਵਾਲਾ ਜਿਹੜੀ ਅਸਲ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਵੀ ਕਮੇਟੀ ਕੋਲ ਕਿਉਂ ਨਹੀਂ ਕੀਤੀ, ਜਿਹੜੀਆਂ ਸੰਸਥਾ ਦੇ ਕੋਲ ਅਸੀਂ ਪਹੁੰਚ ਕੀਤੀ ਹੈ ਉਹਨਾਂ ਦਾ ਐਲਾਨ ਸੀ, ਉਹ ਵੰਡ ਰਹੇ ਸੀ, ਉਹ ਦੇ ਰਹੇ ਸੀ ਸਹਾਇਤਾ। ਜੇ ਕਮੇਟੀ ਦਾ ਕੋਈ ਇਹੋ ਜਿਹਾ ਕਾਊਂਟਰ ਖੁੱਲ੍ਹਿਆ ਹੁੰਦਾ ਅਸੀਂ ਲੈ ਕੇ ਲੋਕਾਂ ਨੂੰ ਜ਼ਰੂਰ ਵੰਡਦੇ, ਹੈ ਨਹੀਂ ਸੀਗੇ। ਕਮੇਟੀ ਨੇ ਤਾਂ ਹਾਲਾਂਕਿ ਮਦਦ ਨਹੀਂ ਕੀਤੀ। ਖੈਰ, ਬਾਕੀ ਸੰਸਥਾਵਾਂ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਾਰੇ ਸਮਾਜ ਵਿੱਚ ਹੀ ਵੰਡ ਰਹੀਆਂ ਸੀ, ਸਾਰੇ ਸਮਾਜ ਵੰਡਦੇ, ਜਿਹਦਾ ਹਿੱਸਾ ਤੁਸੀਂ ਵੀ ਸੀ, ਤੁਹਾਨੂੰ ਵੀ ਮਿਲਿਆ। ਬਿਲਕੁਲ ਜੀ। ਪਰ ਸੋਚਣ ਵਿਚਾਰਨ ਵਾਲੀ ਗੱਲ ਇੱਥੇ ਇਹ ਵੀ ਹੈ ਕਿ ਜਦੋਂ ਅਸੀਂ ਪੂਰੇ ਸੰਸਾਰ ਦਾ ਢਿੱਡ ਭਰਨ ਲਈ ਤੁਰਦੇ ਹਾਂ ਤਾਂ ਅਸੀਂ ਆਪਣੇ ਉਹ ਸਿੱਖਾਂ ਨੂੰ ਜਿਹੜੇ ਗੁਜ਼ਾਰਾ ਨਹੀਂ ਕਰ ਸਕਦੇ ਸੀ, ਸਾਡੇ ਮਨਾਂ ਦੇ ਵਿੱਚ ਇਹ ਗੱਲ ਆਉਂਦੀ ਨਹੀਂ। ਅਸੀਂ ਯਤਨ ਨਹੀਂ ਕੀਤਾ ਕਿ ਅਸੀਂ ਉਹਨਾਂ ਘਰਾਂ ਨੂੰ ਲੱਭੀਏ, ਉਹਨਾਂ ਗਰੀਬ ਗ੍ਰੰਥੀ ਸਿੰਘਾਂ ਦੇ ਘਰਾਂ ਨੂੰ ਅਸੀਂ ਵੀ ਜਾ ਕੇ ਦੇਖੀਏ, ਖਾਸ ਤੌਰ ਤੇ ਉਹਨਾਂ ਢਾਡੀ ਸਿੰਘਾਂ ਦੇ ਘਰਾਂ ਤੱਕ ਜਾ ਕੇ ਪਹੁੰਚ ਕਰੀਏ ਕਿ ਸਾਡੇ ਜਿਹੜੇ ਸਿੰਘ ਸਾਡੇ ਪ੍ਰਚਾਰਕ ਨੇ ਜਾਂ ਗਰੀਬ ਸਿੱਖ ਆ ਉਹਨਾਂ ਦਾ ਗੁਜ਼ਾਰਾ ਚੱਲਦਾ ਹੈ, ਇਹ ਨਹੀਂ ਦੇਖਿਆ ਗਿਆ। ਸੋ ਜੋ ਤੁਸੀਂ ਕਰਦੇ ਹੋ, ਜਦੋਂ ਕੋਈ ਵੱਡੇ ਪ੍ਰੋਗਰਾਮ ਸ਼੍ਰੋਮਣੀ ਕਮੇਟੀ ਦੇ ਹੁੰਦੇ ਨੇ, ਕੋਈ ਸਮਾਗਮ ਕੀਤੇ ਜਾਂਦੇ ਨੇ ਕਮੇਟੀ ਵੱਲੋਂ, ਉੱਥੇ ਤੁਹਾਨੂੰ ਸੱਦੇ ਪੱਤਰ ਆਉਂਦੇ ਆ ਵੈਸੇ, ਜਾਂ ਤੁਸੀਂ ਆਪਣੇ ਆਪ ਪਹੁੰਚ ਕਰਦੇ ਹੋ? ਸੱਦੇ ਪੱਤਰ ਵੀ ਸ਼੍ਰੋਮਣੀ ਕਮੇਟੀ ਕੱਢਦੀ ਹੈ, ਤੇ ਉਹ ਸੱਦੇ ਪੱਤਰ ਤੇ ਜਾਂ ਆਪਣੇ ਜਾਣ ਦੀ ਜਿਹੜੀ ਸਮੱਸਿਆ ਉਹ ਹੈ ਭੇਟ ਦੇ ਨਾਲ ਜੁੜਦੀ ਹੈ। ਜੇ ਆਪਾਂ ਸਿੱਖ ਕੌਮ ਦੇ ਧੁਰੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੱਲ ਸ਼ੁਰੂ ਕਰ ਲਈਏ ਤਾਂ ਉਹਨਾਂ ਨੇ ਢਾਡੀ ਸਿੰਘਾਂ ਦੀ ਕਮੇਟੀ ਵੱਲੋਂ ਭੇਟਾ ਦੇਣ ਦੀ ਜਿਹੜੀ ਪਰੰਪਰਾ ਹੈ ਉਹ ਬੰਦ ਕਰਤੀ ਹੈ। ਭੇਟਾ ਬਿਲਕੁਲ ਨਹੀਂ ਦਿੱਤੀ ਜਾਂਦੀ। ਹੁਣ ਜਿਹੜੇ ਜਥੇ ਉੱਥੇ ਸ਼੍ਰੀ ਅਕਾਲ ਤਖਤ ਦੇ ਸਨਮੁਖ ਵਿਹੜੇ 'ਚ ਬੋਲਦੇ ਆ, ਉੱਥੇ ਉਹਨਾਂ ਨੂੰ ਕਮੇਟੀ ਵੱਲੋਂ ਨਹੀਂ, ਸੰਗਤ ਨੇ ਜੋ ਉਹਨਾਂ ਦਾ ਸਤਿਕਾਰ ਕਰ ਦਿੱਤਾ ਉਹਦੇ ਉੱਤੇ ਹੀ ਉਹ ਜਥੇ ਗੁਜ਼ਾਰਾ ਕਰਨਗੇ। ਉਹ ਸਤਿਕਾਰ ਕਰੇ ਨਾ ਕਰੇ, ਘੱਟ ਹੋਵੇ ਵੱਧ ਹੋਵੇ, ਤੇ ਪਹਿਲਾਂ ਜਿਹੜੀ ਭੇਟਾ ਉਹ ਦਿੱਤੀ ਜਾਂਦੀ ਸੀ। ਇਹਦੇ ਨਾਲ ਹੀ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ 'ਚ ਵੀ ਐਤਵਾਰ ਦੀ ਜਿਹੜੇ ਭਟਾਵਾਂ ਦਿੱਤੀ ਜਾਂਦੀ ਸੀ ਉਹ ਬੰਦ ਕਰ ਦਿੱਤੀ। ਦੂਜਾ ਕਿਹੜਾ ਜੀ? ਨਾਢਾ ਸਾਹਿਬ। ਨਾਢਾ ਸਾਹਿਬ ਵੀ ਐਤਵਾਰ ਦੀ ਭੇਟਾ ਕਰਦੀ। ਆਹ ਲੈਟਰ ਜੇ ਤੁਸੀਂ ਚੈੱਕ ਦੇਖੋਗੇ, ਮੈਂ ਦਿਖਾਵਾਂ ਤੁਹਾਨੂੰ, ਇਹ 1980 ਦੀ ਹੈ। 1980 ਦੇ ਵਿੱਚ ਗਿਆਨੀ ਹਰਦਿਆਲ ਸਿੰਘ ਜੀ ਬਾਠਾਂ ਦੇ ਜਥੇ ਨੂੰ 500 ਦੀ ਭੇਟਾ ਦੇ ਉੱਤੇ ਪ੍ਰੋਗਰਾਮ ਕਰਨ ਲਈ ਭੇਜੇ 40 ਸਾਲ ਪਹਿਲਾਂ। 1980 ਵਿੱਚ 500 ਦਿੱਤੀ ਜਾਂਦੀ ਸੀ, ਤੇ ਹੁਣ ਜਦੋਂ ਭੇਟਾ ਬੰਦ ਕੀਤੀ ਜਾਂਦੀ ਹੈ ਕਮੇਟੀ ਵੱਲੋਂ, ਉਸ ਤੋਂ ਪਹਿਲਾਂ ਆਖਰੀ ਜਿਹੜੀ ਭੇਟਾ ਉਹ ਕਿੰਨੀ ਸੀ ਰਾਸ਼ੀ? ਜਿਹੜੀ ਹੁਣ ਆਮ ਆਪਣੇ ਆਲੇ ਦੁਆਲੇ ਇਤਿਹਾਸਕ ਗੁਰਦੁਆਰਿਆਂ 'ਚ ਦਿੱਤੀ ਜਾਂਦੀ, ਸੰਗਰਾਂਦ ਨੂੰ 1100 ਦਿੱਤੀ ਜਾਂਦੀ ਹੈ। ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਚਮਕੌਰ ਸਾਹਿਬ ਐਤਵਾਰ ਦੀ ਤਾਂ ਬੰਦੇ ਕਰਤੀ ਹੈ,
ਤੇ ਉਂਝ ਵੀ 1100 1200 ਦੇ ਲਾਗੇ ਚਾਗੇ, ਜਦ ਕਿ 40 ਸਾਲ ਪਹਿਲਾਂ 500 ਦਿੱਤੀ ਜਾਂਦੀ ਸੀ। ਕਿੰਨੇ ਮੈਂਬਰ ਹੁੰਦੇ ਨੇ ਜਥੇ ਵਿੱਚ? 4 ਸਿੰਘ ਹੁੰਨੇ ਆ ਜੀ। 4 ਸਿੰਘਾਂ ਨੂੰ 1100। ਤੇ ਪ੍ਰੋਗਰਾਮ ਕਿੰਨੇ ਹੁੰਦੇ ਆ ਮਹੀਨੇ ਦੇ ਵਿੱਚ? ਮਹੀਨੇ 'ਚ ਸੰਗਰਾਂਦ ਤਾਂ ਇੱਕੋ ਹੀ ਆਉਂਦੀ ਹੈ, ਜਥਾ ਇੱਕ ਥਾਂ ਜਾਏਗਾ। ਤਕਰੀਬਨ 300 ਰੁਪਏ ਤੋਂ ਵੀ ਘੱਟ ਜਿਹੜਾ ਹੈਗਾ ਮਹੀਨੇ ਵਿੱਚ ਆਮਦਨੀ ਹੋ ਗਈ ਇਹ ਕਮੇਟੀ ਵੱਲੋਂ। ਜੇ ਪ੍ਰੋਗਰਾਮ ਇੱਕ ਹੁੰਦਾ ਹੈ ਸੰਗਰਾਂਦ ਦਾ ਤਾਂ 300 ਰੁਪਏ ਤੋਂ ਵੀ ਘੱਟ ਇੱਕ ਬੰਦੇ ਨੂੰ ਮੈਂਬਰ ਨੂੰ ਮਿਲਦਾ। ਆਪਾਂ ਜੇ ਉਹਨਾਂ ਦੇ ਐਤਵਾਰ ਲਾ ਲਈਏ ਤਾਂ 4 ਬਣ ਜਾਂਦੇ ਆ। ਇਹੀ ਢਾਡੀ ਜਥੇ ਮੰਗ ਕਰ ਰਹੇ ਆ ਵੀ ਐਤਵਾਰ ਦੀਆਂ ਭਟਾਵਾਂ ਸਤ ਭੇਟਾ ਹੈ ਜਿਹੜੀ ਉਹ ਜ਼ਿਆਦਾ ਹੋਵੇ, ਮਹਿੰਗਾਈ ਨੂੰ ਮੱਦੇ ਨਜ਼ਰ ਰੱਖ ਕੇ, ਤੇ ਉਹ ਭੇਟਾ ਲਾਗੂ ਕਰੀ ਜਾਵੇ, ਉਹ ਬੰਦ ਨਾ ਕੀਤੀ ਜਾਵੇ। ਤੇ ਤਾਂ ਕਰੋਨਾ 'ਚ ਸਾਰ ਨਹੀਂ ਲਈ, ਦੂਜੀਆਂ ਭਟਾਵਾਂ ਬੰਦ ਹੋ ਰਹੀਆਂ, ਨਿੱਜੀ ਪ੍ਰੋਗਰਾਮ ਜਿਹੜੇ ਆ ਉਹ ਬੰਦ ਹੋਏ ਆ। ਤੇ ਇਹ ਸਿੱਖ ਕੌਮ ਜਿਹੜਾ ਢਾਡੀ ਇਤਿਹਾਸ ਸਿੱਖ ਕੌਮ ਦਾ ਸੁਣਾਉਂਦੇ ਆ, ਬਿੰਗ ਬਲ ਪਾ ਕੇ ਉਹਨੂੰ ਖਤਮ ਕਰਨ ਵਾਲੀ ਗੱਲ ਹੈ ਜੇ ਅਸੀਂ ਇਹਦੇ ਵੱਲ ਨਾ ਧਿਆਨ ਦਿੱਤਾ। ਸੋ ਤੁਹਾਡੀ ਪਰੰਪਰਾ ਬਾਬਾ ਜੀ ਕਿਹੜੀ ਪੀੜ੍ਹੀ ਹੈ ਤੁਹਾਡੀ ਜਿਹੜੀ ਇਸ ਸਮੇਂ ਤੁਸੀਂ? ਚੌਥੀ ਪੀੜ੍ਹੀ ਹੈ ਜੀ। ਚੌਥੀ ਪੀੜ੍ਹੀ। ਸਾਰੀਆਂ ਪੀੜ੍ਹੀਆਂ ਜਿਹੜੀ ਪਿਛਲੇ ਬਜ਼ੁਰਗ ਸੀ ਤੁਹਾਡੇ ਢਾਡੀ ਜਥੇ? ਬਾਬਾ ਜੀ ਬਾਬਾ ਆਤਮਾ ਸਿੰਘ ਜੀ। ਆਪਣਾ ਨਾਮ ਸ਼ੁਭ ਨਾਮ ਦੱਸ ਦਿਓ। ਮੇਰਾ ਨਾਮ ਜਸਮੇਰ ਸਿੰਘ ਜੀ ਬਾਠ, ਹਾਂਜੀ, ਸਰੰਗੀ ਮਾਸਟਰ ਜੀ। ਅੱਛਾ ਜੀ। ਤੇ ਮੇਰੇ ਤੋਂ ਬਾਅਦ ਮੈਂ ਪਿਤਾ ਜੀ ਕੋਲ ਪਹਿਲਾਂ ਢੱਡ ਵਜਾਈ ਜੀ, ਅੱਛਾ ਜੀ। ਤੇ ਉਹਦੇ ਢੱਡ ਵਜਾ ਕੇ ਫਿਰ ਮੈਂ ਸਰੰਗੀ ਸਿੱਖੀ ਜੀ। ਫਿਰ ਮੈਂ ਆਪਣੇ ਬੱਚੇ ਲਾਏ ਗਏ ਜੀ 2। ਅੱਛਾ ਜੀ। ਤੇ ਸਾਡੀ ਇਸ ਟਾਈਮ ਚੌਥੀ ਪੀੜ੍ਹੀ ਢਾਡੀ ਕੀਰਤਨ ਦੀ ਚੱਲ ਰਹੀ ਹੈ ਜੀ। ਉਸ ਟਾਈਮ ਜਦੋਂ ਅਸੀਂ ਪਹਿਲਾਂ ਜਾਂਦੇ ਹੁੰਦੇ ਤੇ ਕੇਸਗੜ੍ਹ ਸਾਹਿਬ ਜਾਂਦੇ ਹੁੰਦੇ ਤੇ ਦਰਬਾਰ ਸਾਹਿਬ ਜਾਂਦੇ ਹੁੰਦੇ ਤੇ ਜਾਂ ਹਰਿਆਣੇ 'ਚ ਜਾਣਾ ਜਾਂ ਉੱਧਰ ਕਿਤੇ ਯੂਪੀ ਜਾਪੀ ਨਾਨਕ ਮਤਾ ਨਵਾਬਗੰਜ ਮਹਿਕਲਗੰਜ ਤੇ ਨਾਨਕ ਮਤੇ ਤੇ ਨਾਨਕਪੁਰੀ ਟਾਂਡਾ, ਉੱਥੇ ਸਾਨੂੰ ਉਸ ਟਾਈਮ ਕਾਰਸੇ ਵਾਲੇ ਬਾਬੇ 31,000 ਰੁਪਈਆ ਅੱਜ ਤੋਂ 30 ਸਾਲ ਪਹਿਲਾਂ ਦਿੰਦੇ ਹੁੰਦੇ। ਤੇ ਮੈਂ ਪਿਤਾ ਜੀ ਨਾਲ ਜਾਂਦਾ ਰਿਹਾ। ਫਿਰ ਉਹ ਤੋਂ ਬਾਅਦ ਆਪਣੇ ਹਜ਼ਾਰਾ ਸਿੰਘ ਜੀ ਚੀਮਾ ਸਾਹਿਬ ਨਾਲ ਜਾਂਦਾ ਰਿਹਾ। ਫਿਰ ਜਸਵੰਤ ਸਿੰਘ ਜੀ ਤਾਨ, 3 ਜਥਿਆਂ ਨਾਲ ਮੈਂ ਕੰਮ ਕਰਿਆ। ਸਤਿਕਾਰ ਬਹੁਤ ਸੀਗਾ, ਬਹੁਤ ਸਤਿਕਾਰਤਾ ਜੀ। ਮੈਂ ਸਾਨੂੰ ਗੱਡੀਆਂ ਪਰ ਲੈਣ ਆਉਂਦੇ ਹੁੰਦੇ ਤੇ ਉੱਥੇ ਜਦੋਂ ਅਸੀਂ ਬੰਬੇ ਕਲਕੱਤੇ ਜਾਣਾ ਤਾਂ ਟੇਸਣ ਪਰ ਤੇ ਨਾਅਰੇ ਮਾਰਦੇ ਜਾਣਾ, ਢਾਡੀ ਸਭਾ ਜਿੰਦਾਬਾਦ, ਢਾਡੀ ਸਭਾ ਜਿੰਦਾਬਾਦ। ਅੱਜ ਫਿਰ ਉਹ ਜਿਹੜਾ ਸਤਿਕਾਰ ਉਦੋਂ ਸੀਗਾ ਅੱਜ ਵਿੱਚ ਕੀ ਫਰਕ ਦੇਖਦੇ ਹੋ? ਅੱਜ 'ਚ ਫਰਕ ਇਹ ਦੇਖਦੇ ਹਾਂ ਵੀ ਸਾਡੀ ਜਿਹੜਾ ਸਤਿਕਾਰ ਹੈ ਉਹ ਸ਼੍ਰੋਮਣੀ ਕਮੇਟੀ ਬਿਲਕੁਲ ਕਰਨ ਤੇ ਹਟ ਗਈ ਜੀ। ਜਿਹੜਾ ਢਾਡੀ ਕਲਾ ਅੱਜ ਦਾ ਮੁੰਡਾ ਹੈ, ਮੈਂ ਤਾਂ ਹੱਥ ਬੰਨ੍ਹ ਕੇ ਕਹੂੰਗਾ ਵੀ ਇਹਦੇ ਨੂੰ ਢਾਡੀ ਨਾ ਬਣੋ। ਹੁਣ ਕਿਆ ਆਪਣੇ ਬੱਚਿਆਂ ਨੂੰ ਵੀ ਮੈਂ ਕਹਿੰਦਾ ਵੀ ਤੁਸੀਂ ਛੱਡ ਦਿਓ, ਇਹ ਕੰਮ ਕੋਈ ਵਧੀਆ ਕੰਮ ਨਹੀਂ ਹੁਣ ਹੈਗਾ। ਜਾਂ ਸ਼੍ਰੋਮਣੀ ਕਮੇਟੀ ਪੁੱਛਣ ਤੇ ਹਟ ਗਈ, ਅਸੀਂ ਛੱਡਣ ਲਈ ਮਜਬੂਰ ਹੋ ਗਏ ਜੀ ਢਾਡੀ। ਸੋ ਜਦੋਂ ਸਮਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਪਹਿਲਾਂ ਜਥੇਦਾਰ ਸੀ ਟੌੜਾ ਸਾਹਿਬ ਸੀਗੇ, ਜਾਂ ਉਹ ਪੁਰਾਣਾ ਸਮਾਂ ਸੀਗਾ, ਤੁਸੀਂ ਕਹਿੰਦੇ ਹੋ 80 ਦੇ ਦਹਾਕਿਆਂ ਦੇ ਵਿੱਚ ਵਧੀਆ ਮਾਣ ਸਤਿਕਾਰ ਸੀਗਾ, ਤੇ ਕੋਈ ਇਹੋ ਜਿਹਾ ਵੀ ਆਇਆ ਲੀਡਰ ਅੱਜ ਤੱਕ ਜਿਨ੍ਹਾਂ ਨੇ ਤੁਹਾਨੂੰ ਲੱਗਦਾ ਵੀ ਢਾਡੀ ਸਭਾ ਦੀ ਜਦੋਂ ਪੁੱਛ ਸੀ, ਢਾਡੀ ਜਥਿਆਂ ਦੀ ਪੁੱਛ ਸੀਗੀ, ਇਹ ਪਰੰਪਰਾ ਨੂੰ ਜਦੋਂ ਵਧੀਆ ਸਨਮਾਨ ਮਿਲਿਆ ਸ਼੍ਰੋਮਣੀ ਕਮੇਟੀ ਦੇ ਵਿੱਚ, ਕਿਉਂਕਿ ਤੁਹਾਡੀ ਉਮਰ ਕਾਫੀ ਲੱਗਦੀ ਹੈ, ਤੇ ਕੋਈ ਇਹੋ ਜਿਹਾ ਨਾਂ ਹੈਗਾ ਜਿਨ੍ਹਾਂ ਨੇ ਜਦੋਂ ਪੁੱਛ ਸੀਗੀ? ਵਧੀਆ ਲੀਡਰ ਗੁਰਚਰਨ ਸਿੰਘ ਜੀ ਟੌੜਾ ਜੀ, ਜਗਦੇਵ ਸਿੰਘ ਜੀ ਤਲਵੰਡੀ, ਸਰਜਣ ਸਿੰਘ ਜੀ ਠੇਕੇਦਾਰ, ਦਲੀਪ ਸਿੰਘ ਜੀ ਪਾਂਧੀ, ਜੇਕਰ ਹੁਣ ਕਰਨੈਲ ਸਿੰਘ ਪੰਜੋਲੀ ਹੈ ਜੀ, ਉਹ ਢਾਡੀਆਂ ਦੀ ਗੱਲ ਕਰਦਾ, ਅੱਜ ਵੀ ਕਰਦਾ, ਪਰ ਉਹਦੀ ਪੇਸ਼ ਨਹੀਂ ਵਿਚਾਰੇ ਦੀ ਚੱਲਦੀ ਹੈਗੀ ਜੀ। ਉਹ ਅੱਜ ਵੀ ਢਾਡੀਆਂ ਦੀ ਗੱਲ ਕਰਦਾ। ਸਾਨੂੰ ਉਸ ਟਾਈਮ ਬਹੁਤ ਵਧੀਆ, ਅਸੀਂ ਜੇਲ੍ਹ 'ਚ ਵੀ ਪਟਿਆਲੇ ਕੀਰਤਨ ਕਰਦੇ ਰਹੇ ਹਾਂ। ਪਟਿਆਲੇ ਜੇਲ੍ਹ 'ਚ ਕਿਉਂ? ਮਤਲਬ ਉੱਥੇ ਪਟਿਆਲੇ ਜੇਲ੍ਹ 'ਚ ਗੁਰਦੁਆਰਾ ਜਦੋਂ ਅਸੀਂ ਸ਼ਾਮ ਨੂੰ ਇਕੱਠੇ ਹੋਣਾ, ਰਹਿ ਰਸ ਕਰਨੀ ਜੀ, ਸਾਰੇ ਟੌੜਾ ਸਾਹਿਬ ਨੇ ਬੈਠਣਾ। ਜੇਲ੍ਹ 'ਚ ਜਾਣ ਦਾ ਸਬੱਬ ਕਿਸ ਕਰਕੇ ਬਣਿਆ? ਉਹ ਜਦੋਂ ਐਮਰਜੈਂਸੀ ਲੱਗੀ ਆਪਣੇ ਸਿੱਖਾਂ ਪਰ ਜੀ, ਉਦੋਂ ਜੇਲ੍ਹ ਜਾਣ ਦਾ ਮੈਨੂੰ ਅੰਮ੍ਰਿਤਸਰ ਤੋਂ ਮੈਂ ਗ੍ਰਿਫਤਾਰੀ ਦਿੱਤੀ ਸੀ 84 ਦੇ ਦੌਰ ਦੇ ਵਿੱਚ। ਹਾਂਜੀ, 84 ਦੌਰ ਦੇ ਵਿੱਚ ਧਰਮ ਯੁੱਧ ਮੋਰਚੇ ਵਿੱਚ। ਉੱਥੇ ਮੈਂ 6 ਮਹੀਨੇ ਪਟਿਆਲੇ ਜੇਲ੍ਹ 'ਚ ਰਿਹਾ ਜੀ, ਤਾਂ ਕਿ ਉੱਥੇ ਢਾਡੀ ਰਾਗ ਵੀ ਕਰਿਆ ਜੇਲ੍ਹ 'ਚ ਜੀ। ਇਹ ਨਹੀਂ ਵੀ ਉੱਥੇ ਵਿਹਲੇ ਬੈਠੇ ਜਾ ਕੇ ਵੀ ਰੋਟੀਆਂ ਖਾ ਕੇ ਆ ਗਏ ਜੀ। ਉੱਥੇ ਲੋਕਾਂ ਨੂੰ ਜਗਾਇਆ ਵੀ ਜਗੋ, ਜੇਕਰ ਹੁਣ ਕਿਸਾਨੀ ਮੁੱਦਾ ਚੱਲਿਆ ਹੋਇਆ ਵੀ ਆਪਾਂ ਜਾਗੀਏ। ਅਸੀਂ ਲੋਕਾਂ ਨੂੰ ਅੱਜ ਵੀ ਸਵਰ ਸਿੰਘ ਨੇ ਇੱਕ ਗੀਤ ਲਿਖਿਆ, ਉੱਠ ਜਾਗ ਪੰਜਾਬ ਦਾ ਸ਼ੇਰਾ, ਚੱਲ ਦਿੱਲੀ ਚੱਲੀਏ। ਕਿਉਂ ਜੇ ਅਸੀਂ ਇੱਥੋਂ ਤੁਰਾਂਗੇ, ਦਿੱਲੀ ਨੂੰ ਤੁਰਾਂਗੇ, ਤਾਂ ਹੀ ਅਸੀਂ ਮੋਦੀ ਵਰਗੀ ਦੀਆਂ ਨਾਸਾਂ ਮੋੜਾਂਗੇ। ਜੇ ਅੱਜ ਅਸੀਂ ਜਾਣਾ ਹੀ ਨਹੀਂ, ਘਰਾਂ ਬੈਠੇ ਗੱਲਾਂ ਮਾਰਨੀਆਂ ਨੇ, ਤੇ ਉਹ ਗੀਤ ਦਾ ਕੋਈ ਫਾਇਦਾ ਨਹੀਂ ਲਿਖੇ ਦਾ। ਅੱਜ ਨੌਜਵਾਨੀ ਨੂੰ ਵੀ ਅਸੀਂ ਜਗਾ ਰਹੇ ਹਾਂ, ਬਜ਼ੁਰਗਾਂ ਨੂੰ ਵੀ ਜਗਾ ਰਹੇ ਹਾਂ ਕਿ ਅੱਜ ਦਿੱਲੀ ਚੱਲੋ। ਉਹ ਵਕਤ ਸਾਡੇ ਤੇ ਫੇਰ ਆ ਗਿਆ ਐਮਰਜੈਂਸੀ ਵਾਲਾ, ਜਦੋਂ ਇੰਦਰਾ ਗਾਂਧੀ ਨੇ ਸਾਡੇ ਤੇ ਐਮਰਜੈਂਸੀ ਲਾਈ, ਸਾਨੂੰ ਮਜਬੂਰ ਕਰਤਾ ਸਰਕਾਰਾਂ ਨੇ। ਅੱਜ ਢਾਡੀ ਕੱਲਾ ਜਿਹੜਾ ਅੱਜ ਢਾਡੀ ਮੰਗਦਾ ਫਿਰਦਾ ਵਿਚਾਰਾ, ਕੋਈ ਉਹਦੀ ਸਾਰ ਨਹੀਂ ਰਿਹਾ। ਜੇ ਮੈਨੇਜਰ ਕੋਲ ਜਾਂਦੇ ਆ ਤਾਂ ਮੈਨੇਜਰ ਭੱਜ ਕੇ ਪੈਂਦਾ ਸਾਡੇ ਤੈਨੂੰ, ਜੇ ਖਜ਼ਾਨਚੀ ਕੋਲ ਜਾਂਦੇ ਆ ਤਾਂ ਖਜ਼ਾਨਚੀ ਭੱਜ ਕੇ ਪੈਂਦਾ ਸਾਡੇ ਕੋਲ ਨੂੰ, ਜੇ ਰਿਕਾਰਡ ਕੀਪਰ ਕੋਲ ਜਾਂਦੇ ਆ ਤਾਂ ਰਿਕਾਰਡ ਕੀਪਰ ਸਾਡੇ ਕੋਲ ਭੱਜ ਕੇ ਪੈਂਦਾ। ਤਾਂ ਢਾਡੀ ਦੀ ਕੋਈ ਸਾਰ ਨਹੀਂ। ਇਹਦੇ ਨਾਲ ਤਾਂ ਗਾਉਣੇ ਵਾਲੇ ਚੰਗੇ ਆ, ਜਿਨ੍ਹਾਂ ਨੂੰ ਬਾਦਲ ਸਾਹਿਬ ਨੇ 30-30 ਕਰੋੜ ਰੁਪਈਆ ਕਬੱਡੀ ਕੱਪਾਂ 'ਤੇ ਦਿੱਤਾ। ਸਾਡੀ ਢਾਡੀਆਂ ਦੀ ਖੇਤੀ ਸਾਰ ਨਹੀਂ ਰਹੇਗੀ। ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ, ਚਾਹੇ ਜਿਨ੍ਹਾਂ ਨੇ ਨਹੀਂ ਵੀ ਜੇਲ੍ਹਾਂ ਕੱਟੀਆਂ, ਇੱਕ ਢਾਡੀ ਕੱਲਾ ਇਹੀ ਜੀ ਹੈ ਵੀ ਜਿਹੜੇ ਢਾਡੀ ਕੱਲਾ ਨੂੰ ਕਿਸੇ ਟਾਈਮ ਮੇਰੇ ਪਿਤਾ ਜੀ ਨੇ ਗੀਤ ਲਿਖਿਆ ਤਾਂ
ਜਾਗ ਸੁੱਤ ਆ ਪੰਜਾਬ ਦੇ ਸ਼ੇਰਾ ਕੰਧਾਂ ਵਿੱਚੋਂ ਲਾ, ਅੱਜ ਤੈਨੂੰ ਲਾਲ ਬੰਗਾਰਦੇ ਨੇ, ਇਹ ਆ ਜਾ ਸਿੱਖਾ, ਤੇਰੇ ਖਾਤਰ ਮੈਂ ਆਪਣਾ ਬਾਈ ਜੀ ਕੁਰਬਾਨ ਕਰਤੇ, ਤੇਰੇ ਖਾਤਰ ਮੈਂ ਸਾਰਾ ਪਰਿਵਾਰ ਵਾਰਤਾ, ਤੂੰ ਅੱਜ ਕਿੱਧਰ ਨੂੰ ਤੁਰਿਆ ਹੋਇਆ। ਜੇ ਅੱਜ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਤਾਂ ਨਹੀਂ ਕਿਸੇ ਨੇ ਸਾਰ ਲਈ, ਜੇ ਅੱਜ ਹੋਰ ਮੁੱਦੇ ਉੱਠੇ ਤਾਂ ਨਹੀਂ ਕਿਸੇ ਨੇ ਸਾਰ ਲਈ, ਜੇ ਅੱਜ ਢਾਡੀ ਭੁੱਖਾ ਮਰ ਗਿਆ, ਢਾਡੀ ਘਰਾਂ ਬੈਠਾ ਏ, ਢਾਡੀ ਤੇ ਕਿਸੇ ਨੇ ਸਾਰ ਲਈ। ਪਿਆਜ਼ ਰੱਖ ਕੇ, ਇੱਕ ਮਿਰਚ ਰੱਖ ਕੇ, ਉਹ ਵੀ ਹਰੀ ਮਿਰਚ ਨਹੀਂ ਮਿਲਦੀ, ਉਹ ਵੀ ਜੱਟ ਦੇ ਖੇਤ 'ਚੋਂ ਤੋੜ ਕੇ ਲਿਆ ਕੇ, ਜੱਟ ਦੇ ਖੇਤ 'ਚੋਂ ਪਿਆਜ਼ ਲਿਆ ਕੇ ਉਹਨੇ ਇੱਕ ਰੋਟੀ ਪਰ ਰੱਖ ਕੇ ਉਹ ਖਾ ਲਈ, ਆਪਣਾ ਗੁਜ਼ਾਰਾ ਕਰਿਆ। ਪਰ ਸ਼੍ਰੋਮਣੀ ਕਮੇਟੀ ਦੇ ਜਿੱਥੇ ਅੱਜ ਇੰਨੇ ਗੋਲਕਾਂ ਨਿਕਲਦੀਆਂ ਨੇ ਉੱਥੇ ਕੋਈ ਸਾਰ ਨਹੀਂ ਲਈ। ਸੋ ਜਿਹੜੇ ਦੌਰ ਦੇ ਵਿੱਚ ਪੰਜਾਬੀਆਂ ਦੀ ਅਣਖ ਕਾਇਮ ਸੀ, ਜਿਹੜੇ ਦੌਰ ਦੇ ਵਿੱਚ ਪੰਜਾਬੀ ਗੈਰਤਮੰਦ ਕਹਾਏ ਜਾਂਦੇ ਸੀਗੇ, ਉਹਨਾਂ ਦੌਰ ਦੇ ਵਿੱਚ ਢਾਡੀ ਸਿੰਘਾਂ ਦੀ ਸਾਰ ਵੀ ਲਈ ਜਾਂਦੀ ਸੀ। ਪਰ ਅੱਜ ਜੇ ਸਾਡੀ ਅਣਖ ਗੈਰਤ ਮਰੀ ਆ ਤਾਂ ਉਹਨਾਂ ਨੂੰ ਹਲੂਣਾ ਇਸ ਕਰਕੇ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਇਹੀ ਮਜਬੂਰ ਹੋ ਚੁੱਕੇ ਨੇ। ਜਿਨ੍ਹਾਂ ਨੇ ਜਗਾਉਣਾ ਸੀ, ਜਿਨ੍ਹਾਂ ਨੇ ਹਲੂਣਾ ਦੇ ਕੇ ਤੋਰਨਾ ਸੀ ਵੀ ਚਲੋ ਦਿੱਲੀ ਜ਼ੁਲਮ ਦੇ ਖਿਲਾਫ ਮੱਥਾ ਲਾਈਏ, ਸਰਕਾਰਾਂ ਨੂੰ ਮੂੰਹ ਮੋੜੀਏ, ਸਰਕਾਰਾਂ ਦਾ ਉਹਨਾਂ ਦੀ ਭਾਜੀ ਮੋੜੀਏ ਜਿਹੜਾ ਸਾਨੂੰ ਪੰਜਾਬ ਨੂੰ ਭਾਜੀ ਪਾਉਂਦਾ ਹੈ, ਜਿਨ੍ਹਾਂ ਨੇ ਵੰਗਾਰਨਾ ਸੀ, ਜਿਨ੍ਹਾਂ ਨੇ ਜੋਸ਼ ਭਰਨਾ ਸੀ, ਅੱਜ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਆਪਣੀ ਇੰਨੀ ਮਾੜੀ ਹੋ ਚੁੱਕੀ ਹੈ, ਢਿੱਡ ਜਿਹੜੇ ਉਹਨਾਂ ਦੇ ਪਿੱਠਾਂ ਨੂੰ ਲੱਗੇ ਨੇ, ਆਪਣੀ ਉਹਨਾਂ ਦੀ ਜ਼ੁਬਾਨ ਨਹੀਂ ਨਿਕਲਦੀ। ਇਸੇ ਕਰਕੇ ਸਾਡੀ ਕੌਮ ਦੀ ਅੱਜ ਬਹੁਤ ਜ਼ਿਆਦਾ ਗੈਰਤ ਮਰ ਵੀ ਚੁੱਕੀ ਹੈ ਤੇ ਆਉਣ ਵਾਲੇ ਸਾਲਾਂ ਵਿੱਚ ਕੀ ਹਾਲ ਹੋਊਗਾ ਇਹ ਵੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਸੋ ਇਹਨਾਂ ਨੇ ਕਿਹਾ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਅੱਗੇ ਕਵਾਂਗੇ ਕਿ ਤੁਸੀਂ ਇਸ ਪਰੰਪਰਾ ਦੇ ਵਿੱਚ ਆਓ। ਸਾਡੇ ਨਾਲ ਕੁਝ ਜਥਿਆਂ ਦੇ ਮੈਂਬਰ ਨੌਜਵਾਨ ਨੇ, ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਤੁਸੀਂ ਕਦੋਂ ਇਹ ਪਰੰਪਰਾ ਦੇ ਵਿੱਚ ਆਏ? ਤੁਹਾਡਾ ਪਰਿਵਾਰਕ ਜਿਹੜਾ ਪਿਛੋਕੜ ਸੀਗਾ ਢਾਡੀ ਪਰੰਪਰਾ ਦਾ? ਹਾਂਜੀ, ਮੈਂ ਚੌਥੀ ਪੀੜ੍ਹੀ ਤੋਂ ਢਾਡੀਆਂ ਜੀ। ਮੇਰੇ ਪਿਤਾ ਜੀ ਬੋਲਿਆ ਮੇਰੇ ਤੋਂ ਪਹਿਲਾਂ ਜੀ। ਤੇ ਮੇਰਾ ਬੇਟਾ ਇਹ 5 ਸਾਲ ਦਾ, ਤੇ 5 ਸਾਲ ਦੇ ਹੀ ਉਹ ਮੈਨੂੰ ਕਹਿ ਰਿਹਾ ਪਾਪਾ ਮੈਨੂੰ ਸਰੰਗੀ ਲਿਆ ਦੇ। ਉਹ ਹੁਣੀ ਤੇ ਕਹਿ ਰਿਹਾ ਵੀ ਪਾਪਾ ਮੈਂ ਸਰੰਗੀ ਸਿੱਖਣੀ ਆ, ਪਰ ਉਹਨੂੰ ਮੈਂ ਸਰੰਗੀ ਲਿਆ ਕੇ ਨਹੀਂ ਦੇ ਰਿਹਾ। ਆਪਣੇ ਬਾਰੇ ਤੁਸੀਂ ਕੀ ਸੋਚ ਰਹੇ ਹੋ? ਤੁਹਾਨੂੰ ਲੱਗਦਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਹਰ ਬੰਦਾ ਸੋਚਦਾ ਕਿ ਮੇਰਾ ਕੁਝ ਫਿਊਚਰ ਬਣੇ, ਭਵਿੱਖ ਬਾਰੇ ਸੋਚ ਕੇ ਬੰਦਾ ਚਿੰਤਾ ਵਿੱਚ ਹੁੰਦਾ। ਆਪਣੇ ਬੱਚਿਆਂ ਨੂੰ ਤਾਂ ਘੱਟੋ ਘੱਟ ਫਿਊਚਰ ਦੇਣਾ ਚਾਹੁੰਦਾ, ਤੁਸੀਂ ਤਾਂ ਹਲੇ ਆਪ ਯੰਗ ਹੋ। ਲੱਗਦਾ ਹੈ ਕਿ ਇਸ ਪਰੰਪਰਾ ਦੇ ਵਿੱਚ ਰਹਿ ਕੇ ਜੀਵਨ ਸੁਖੀ ਜੀਆ ਜਾ ਸਕਦਾ? ਇਸ ਤਰ੍ਹਾਂ ਨਹੀਂ ਵੀਰੇ ਵੀ ਐਵੇਂ ਤੁਹਾਨੂੰ ਕਹੀਏ ਵੀ ਰੋਟੀ ਖਾ ਲੂੰਗੇ, ਇਹ ਤਾਂ ਭੁੱਖੇ ਮਰਨ ਵਾਲਾ ਕੰਮ ਹੋਇਆ ਪਿਆ। ਹੁਣ ਕਹੀਏ ਤਾਂ ਵੀ ਸਾਡੇ ਪ੍ਰੋਗਰਾਮ ਦਾ ਨਾ ਜੇ ਵੱਧ ਤੋਂ ਵੱਧ 3100 ਰੁਪਏ ਰਹਿ ਗਿਆ। 3100 ਤੋਂ ਵੱਧ ਕਿਤੇ ਲਾ ਲਓ, ਕਿਤੇ ਚਲੇ ਜਾਓ, 3100 ਤੋਂ ਵੱਧ ਸਾਨੂੰ ਰੁਪਈਆ ਦੇ ਕੇ ਕੋਈ ਰਾਜੀ। ਕਹਿਣ ਵਾਲੇ ਇਹ ਵੀ ਕਹਿ ਦੇਣਗੇ ਕਿ 3100 3 ਜਣਿਆਂ ਨੂੰ ਆ ਗਿਆ ਤਾਂ ਦਿਹਾੜੀ ਪੈ ਗਈ, 1000 ਰੁਪਇਆ ਇੱਕ ਜਣੇ ਦੀ, ਚਲੋ 800-900 ਦਿਹਾੜੀ ਪੈ ਗਈ। ਇਹ ਵੀ ਤਾਂ ਦੱਸ ਦਿਓ ਕਿ ਪ੍ਰੋਗਰਾਮ ਕਿੰਨੇ ਆਉਂਦੇ ਆ ਤਾਂ ਕਿ ਕਲੀਅਰ ਹੋ ਜੇ। ਉਹ ਵੀਰੇ ਫਿਰ 3100 ਇੱਕੇ ਲੱਗਣਾ ਮਹੀਨੇ 'ਚ, 8-10 ਪ੍ਰੋਗਰਾਮ ਮਹੀਨੇ ਦੇ ਹੋ ਜਾਂਦੇ ਤੇ ਐਤਵਾਰ ਨੂੰ 500 ਤੇ 3100 ਵਾਲਾ ਇੱਕ ਅੱਧਾ ਆ ਗਿਆ। ਫਿਰ ਉਹ ਤੁਹਾਨੂੰ ਪਤਾ ਹੈ ਵੀ ਪਿਆਜ਼ ਦਾ 200 ਰੁਪਏ ਕਿਲੋ ਆ। ਇਹ ਨਾ ਸਮਝ ਲਿਓ ਕਿ ਦਿਹਾੜੀ 3100 ਦੇ ਨਾਲ ਕਿਤੇ 700-800 ਰੁਪਏ ਦਿਹਾੜੀ ਪੈ ਗਈ ਤਾਂ ਮਹੀਨਾ ਪ੍ਰੋਗਰਾਮ ਚੱਲਦੇ ਰਹਿਣਗੇ। ਪ੍ਰੋਗਰਾਮਾਂ ਦਾ ਵੀ ਬਹੁਤ ਬੁਰਾ ਹਾਲ ਹੈ। ਕੀ ਸੋਚਦੇ ਹੋ ਫਿਰ ਜ਼ਿੰਦਗੀ ਦੇ ਵਿੱਚ ਹੁਣ ਅੱਗੇ? ਸੋਚਣਾ ਤਾਂ ਵੀਰੇ ਇਹ ਹੈ ਵੀ ਹੁਣ ਅਸੀਂ ਛੱਡਣ ਨੂੰ ਮਜਬੂਰ ਹਾਂ ਤੇ ਅਡਾਰੀਆਂ ਤਾਂ ਬਾਹਰ ਦੀਆਂ ਸੋਚ ਰਹੇ ਹਾਂ ਹੁਣ ਵੀ ਇਹਨੂੰ ਛੱਡੀਏ। ਨਿਆਣੇ ਤਾਂ ਚਾਹੁੰਦੇ ਸੀ ਵੀ ਸਾਡੀ ਅੱਗੇ ਪਰੰਪਰਾ ਚੱਲੇ ਵੀ 5ਵੀਂ ਪੀੜ੍ਹੀ ਦੇ ਆਪਣੇ ਬੱਚੇ ਲਾਈਏ, ਪਰ ਨਹੀਂ ਲਾਣਾ, ਨਹੀਂ ਮਜਬੂਰ ਹਾਂ ਵੀ ਬੱਚੇ ਨਹੀਂ ਲਾਣੇ। ਤੇ ਚਲੋ ਸਾਡੀ ਤਾਂ ਅਸੀਂ ਤਾਂ ਮੱਝਾਂ ਰੱਖੀਆਂ ਹੋਈਆਂ 8-10 ਮੱਝਾਂ, ਉਹਨਾਂ ਤੇ ਸਾਡਾ ਦੁੱਧ ਦੱਧ ਪਾ ਕੇ ਗੁਜ਼ਾਰਾ ਚੱਲੀ ਜਾਂਦਾ, ਕਿਉਂਕਿ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹਨਾਂ ਦੀ ਮੱਝਾਂ ਨਹੀਂ ਰੱਖ ਹੋਣੀਆਂ। ਸੋ ਗੁਜ਼ਾਰਾ ਹੁੰਦਾ ਜਿੰਨਾ ਤੁਸੀਂ ਕਰਦੇ ਹੋ। ਚਲੋ ਅੱਜ ਨਹੀਂ ਤਾਂ ਅੱਜ ਤੁਸੀਂ ਕਹਿੰਦੇ ਹੋ ਕਿ ਭੇਟਾ ਬੰਦ ਕਰਤੀ, ਜਦੋਂ ਦਿੱਤੀ ਜਾਂਦੀ ਸੀ ਉਦੋਂ ਕੀ ਹਾਲ ਸੀ? ਸ਼੍ਰੋਮਣੀ ਕਮੇਟੀ ਦੇ ਜੇਕਰ ਅਸੀਂ ਭੇਟਾ ਦਾ ਜ਼ਿਕਰ ਕਰੀਏ, ਗੁਜ਼ਾਰਾ ਨਹੀਂ ਹੁੰਦਾ ਵੀਰ ਜੀ। 500 ਰੁਪਏ ਉਹ ਐਤਵਾਰ ਦਾ ਦਿੰਦੇ ਆ, ਤੁਸੀਂ ਲਾਓ 125 ਰੁਪਏ ਦੇ ਕਰੀਬ ਇੱਕ ਵਿਅਕਤੀ ਨੂੰ ਆਉਂਦਾ, ਤੇ ਅੱਜ 125 ਰੁਪਏ ਤੇ ਕੌਣ ਕੰਮ ਕਰਨ ਜਾ ਸਕਦਾ? ਕੋਈ ਜਾ ਸਕਦਾ? ਨਹੀਂ ਜਾ ਸਕਦਾ। ਸੰਗਤ ਵੱਲੋਂ ਜਿਹੜੀ ਅਸੀਸ ਦਿੱਤੀ ਜਾਂਦੀ ਹੈ ਉਹ ਇੱਕ ਵੱਖਰੀ ਚੀਜ਼ ਹੈ, ਉਹ ਤੁਹਾਡੇ ਕੋਲ ਘੱਟ ਵੀ ਸਕਦੀ ਹੈ, ਤੁਹਾਡੇ ਕੋਲ ਵੱਧ ਵੀ ਸਕਦੀ ਹੈ। ਪਰ ਜਿਹੜੀ ਸ਼੍ਰੋਮਣੀ ਕਮੇਟੀ ਨੇ ਸਾਨੂੰ ਭੇਟਾ ਦੇਣੀ ਹੈ ਉਹ 125 ਰੁਪਏ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। ਤੁਸੀਂ ਹਿਸਾਬ ਲਾਓ 125 ਨਾਲ ਤਾਂ ਗੁਜ਼ਾਰਾ ਨਹੀਂ ਚੱਲੂਗਾ। ਫਿਰ ਕਿਵੇਂ ਗੁਜ਼ਾਰਾ ਚੱਲਦਾ? ਕਰਨਾ ਕੀ ਪੈਂਦਾ ਗੁਜ਼ਾਰੇ ਦੇ ਲਈ? ਗੁਜ਼ਾਰੇ ਲਈ ਤਾਂ ਅਸੀਂ ਆਪਣੇ ਤੌਰ ਤੇ ਆਪਣੇ ਕੰਮ ਸ਼ੁਰੂ ਕੀਤੇ ਹੋਏ ਹੈ, ਕਿਸੇ ਨੇ ਦੁਕਾਨ ਖੋਲ੍ਹੀ ਹੋਈ ਹੈ। ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਸਾਡੇ ਕਈ ਢਾਡੀ ਇਹੋ ਜਿਹੇ ਜਿਹੜੇ ਮਿਸਤਰੀਆਂ ਦੇ ਨਾਲ ਦਿਹਾੜੀਆਂ ਲਾਉਣ ਜਾਂਦੇ ਹੈ। ਤੇ ਅੱਜ ਦੇ ਸਮੇਂ ਦੇ ਵਿੱਚ ਇੱਕ ਮਸ਼ਹੂਰ ਢਾਡੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਜੀਰੀ ਲਾਉਣ ਵਾਸਤੇ ਦਿਹਾੜੀ ਤੇ ਮਜਬੂਰ ਹੋਇਆ ਪਿਆ। ਉਹ ਆਪਣੇ ਬੱਚੀਆਂ, ਉਹਦੇ 7 ਬੱਚੀਆਂ ਨੇ, ਉਹ ਆਪਣੀਆਂ 7 ਬੱਚੀਆਂ ਨੂੰ ਨਾਲ ਲਿਜਾ ਕੇ ਖੇਤਾਂ ਦੇ ਵਿੱਚ ਜੀਰੀ ਲਾ ਕੇ ਆਉਂਦਾ।
ਬੜੀ ਦੁੱਖ ਦੀ ਗੱਲ ਹੈ। ਇੱਕ ਮਸ਼ਹੂਰ ਪੁਰਾਣਾ ਢਾਡੀ ਹੋਵੇ ਜਿਹਨੇ ਉਸ ਸਮੇਂ ਦੇ ਬੜੇ ਢਾਡੀਆਂ ਨਾਲ ਸਰੰਗੀ ਵਜਾਈ ਹੋਵੇ ਤੇ ਅੱਜ ਆਪਣੇ ਬੱਚਿਆਂ ਨੂੰ ਲੈ ਕੇ ਖੇਤਾਂ ਦੇ ਵਿੱਚ ਜੀਰੀ ਲਗਾਵੇ। ਗੁਰਦੁਆਰੇ ਤਾਂ ਪਿੰਡਾਂ 'ਚ 5-5 6-6 ਬਣਾਤੇ ਜੀ, ਕਦੀ ਕਿਸੇ ਨੇ ਸਾਰ ਨਹੀਂ ਲਈ? ਕੋਈ ਸਾਰ ਨਹੀਂ ਲੈਂਦਾ ਵੀਰ ਜੀ। ਗੁਰਦੁਆਰੇ ਤਾਂ ਬਣਾਤੇ, ਗੁਰਦੁਆਰੇ ਦੀਆਂ ਕਮੇਟੀਆਂ ਪੁੱਛਦੀਆਂ ਨਹੀਂ ਜੀ। ਗੁਰਦੁਆਰੇ ਦੀਆਂ ਕਮੇਟੀਆਂ ਸਾਡੇ ਜਿਹੜੇ ਲੋਕਲ ਬੰਦੇ ਆ, ਜਿਹੜੇ ਆਮ ਘਰਾਂ ਦੇ ਵਿੱਚ ਪ੍ਰੋਗਰਾਮ ਕਰਾਉਂਦੇ ਆ, ਉਹ ਪੁੱਛਦੇ ਆ, ਉਹਨਾਂ ਵੱਲੋਂ ਸਤਿਕਾਰ ਕੀਤਾ ਜਾਂਦਾ ਹੈ। ਪਰ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਹ ਸਤਿਕਾਰ ਨਹੀਂ ਕਰਦੀਆਂ। ਜਿਹੜੇ ਲੋਕ ਫਿਲਮਾਂ ਦੇ ਵਿੱਚ ਜਾਂ ਹੋਰ ਵੱਖ-ਵੱਖ ਤਰ੍ਹਾਂ ਦਾ ਸੰਗੀਤ ਚੱਲਦਾ ਭਾਰਤ ਦੇ ਵਿੱਚ, ਜਦੋਂ ਉਹ ਸਰੰਗੀਆਂ ਵਜਾਉਂਦੇ ਆ, ਕਲਾ ਤਾਂ ਕਲਾ ਹੁੰਦੀ ਹੈ, ਜਦੋਂ ਉਹ ਸਰੰਗੀ ਉੱਥੇ ਵੱਜਦੀ ਹੈ ਤਾਂ ਉਹਨਾਂ ਨੂੰ ਲੱਖਾਂ ਰੁਪਏ ਮਿਲਦੇ ਆ, ਜਾਂ ਹੋਰ ਸਾਜ਼ ਉਹ ਵਜਾਉਂਦੇ ਗਾਉਂਦੇ ਆ। ਤੇ ਜਦੋਂ ਫਿਰ ਤੁਸੀਂ ਗਾਣੇ, ਤੁਸੀਂ ਵੀ ਉਹ ਕੰਮ ਕਰ ਸਕਦੇ ਹੋ, ਕਲਾ ਤਾਂ ਬਰਾਬਰ ਹੀ ਹੈ। ਫਿਰ ਤੁਹਾਨੂੰ ਲੱਗਦਾ ਵੀ ਜਿਹੜੇ ਲੋਕ ਉੱਧਰ ਜਾ ਰਹੇ ਆ ਉਹਦਾ ਕਾਰਨ ਫਿਰ ਕੀ ਆ? ਉਹਦਾ ਕਾਰਨ ਇਹੀ ਹੈ ਵੀਰ ਜੀ, ਜਦੋਂ ਸਾਡੇ ਲੋਕ ਸਾਨੂੰ ਪੁੱਛਦੇ ਨਹੀਂ ਹੈ, ਜਿਹੜੀ ਸੰਸਥਾ ਨੇ ਸਾਨੂੰ ਪੁੱਛਣਾ ਸੀ ਉਹਨਾਂ ਨੇ ਸਾਨੂੰ ਅਗੌਰ ਕਰ ਦਿੱਤਾ, ਫਿਰ ਉਹ ਲੋਕ ਜਾਣਗੇ। ਹੁਣ ਸਾਡੇ ਢਾਡੀਆਂ, ਉਹ ਢਾਡੀ ਕਲਾ ਦੇ ਨਾਲ ਵੀ ਜੁੜੇ ਹੋਏ ਹੈ। ਤੇ ਤੁਸੀਂ ਹੈਰਾਨ ਮੰਨੋਗੇ, ਅੱਜ ਸਾਡੀਆਂ ਪੋਸਟਾਂ ਵੀ ਫੇਸਬੁੱਕ ਤੇ ਪਾਈਆਂ ਜਾਂਦੀਆਂ ਵੀ ਆਹ ਦੇਖੋ ਜੀ ਮਸ਼ਹੂਰ ਢਾਡੀ ਫਲਾਣੀ ਡਾਂਸਰ ਦੇ ਨਾਲ ਸਰੰਗੀ ਵਜਾ ਰਿਹਾ, ਫਲਾਣੇ ਨਾਚ ਦੇ ਵਿੱਚ। ਉਹ ਮਜਬੂਰ ਹੈ ਜੀ, ਉਹ ਆਪਣਾ ਗੁਜ਼ਾਰਾ ਕਿਵੇਂ ਕਰੇ, ਉਹ ਮਜਬੂਰ ਹੋ ਗਏ ਇਸ ਚੀਜ਼ ਨੂੰ। ਸੋ ਮਜਬੂਰੀਆਂ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਇਹ ਪਰੰਪਰਾ ਖਤਮ ਹੋ ਜੇ, ਢਾਡੀਆਂ ਨੂੰ ਜਾਣਾ ਪੈਂਦਾ। ਹੁਣ ਜਦੋਂ ਅਸੀਂ ਦੇਖਦੇ ਕੁਝ ਫਿਰ ਸਟੂਡੀਓਜ਼ ਦੇ ਵਿੱਚ ਵੀ ਜਾ ਕੇ ਗੀਤਾਂ ਦੇ ਪਿੱਛੇ ਵੀ ਸਰੰਗੀਆਂ ਵੱਜਦੀਆਂ। ਕਲਾ ਤਾਂ ਫਿਰ ਕਲਾ ਹੈ ਨਾ, ਢਿੱਡ ਜਦੋਂ ਭਰਨਾ ਹੈ ਆਪਣਾ, ਢਿੱਡ ਭਰਨ ਦੇ ਲਈ ਪੈਸਾ ਚਾਹੀਦਾ। ਫਿਰ ਜਦੋਂ ਮਜਬੂਰੀਆਂ ਬੰਦੇ ਦੀਆਂ ਇੰਨੀਆਂ ਵੱਧ ਜਾਂਦੀਆਂ ਕਿ ਫਿਰ ਗੁਜ਼ਾਰਾ ਕਰਨ ਲਈ ਵੀ ਕੋਲ ਪੈਸਾ ਨਾ ਹੋਵੇ, ਤਾਂ ਫਿਰ ਇਹਨਾਂ ਕੰਮਾਂ ਤੋਂ ਅੱਕੇ ਹੋਏ ਜਿਹੜੇ ਲੋਕ ਨੇ, ਜਦੋਂ ਲੋਕ ਉਹਨਾਂ ਦੀ ਸਾਰ ਨਹੀਂ ਲੈਂਦੇ, ਸੰਸਥਾਵਾਂ ਉਹਨਾਂ ਦੀ ਸਾਰ ਨਹੀਂ ਲੈਂਦੀਆਂ, ਤਾਂ ਫਿਰ ਉਹ ਕਲਾਕਾਰ ਵੀ ਬਣਦੇ ਨੇ, ਅਸੀਂ ਬਣਦੇ ਦੇਖੇ ਆ। ਫਿਰ ਉਹ, ਮਾਫ ਕਰਨਾ ਸ਼ਬਦ ਕਹਿਣਾ ਨਹੀਂ ਚਾਹੁੰਦਾ, ਪਰ ਨਚਾਰਾਂ ਦੇ ਨਾਲ ਵੀ ਜਾ ਕੇ ਵਜਾਉਂਦੇ ਨੇ ਸਾਜ਼। ਫਿਰ ਅਸੀਂ ਕਹਿੰਦੇ ਆ ਕਿ ਲੋਕ ਮਾੜੇ ਨੇ, ਢਾਡੀ ਮਾੜੇ ਨੇ, ਆਪਣੇ ਸਿਧਾਂਤਾਂ ਨੂੰ ਸਾਂਭ ਨਹੀਂ ਸਕੇ, ਫਿਰ ਅਸੀਂ ਉਹਨਾਂ ਦੇ ਉੱਤੇ ਦੂਸ਼ਣਬਾਜ਼ੀ ਕਰਦੇ ਹਾਂ। ਪਰ ਜੋ ਇਹਨਾਂ ਦੀ ਹਾਲਤ ਹੈ, ਉਹ ਕਿਸੇ ਨੇ ਜਾਣਨ ਦਾ ਯਤਨ ਨਹੀਂ ਕੀਤਾ, ਕੋਈ ਹਾਲਾਤ ਇਹਨਾਂ ਦੇ ਜਾਣਨੇ ਨਹੀਂ ਚਾਹੁੰਦਾ। ਸੋ ਬਹੁਤ ਸਾਰੇ ਇਹ ਕਾਗਜ਼ ਹੈ ਜਿਹੜੇ ਆਪਣੀ ਜ਼ੁਬਾਨੋਂ ਬੋਲਦੇ ਆ ਕਿ ਕਿਸੇ ਸਮੇਂ ਢਾਡੀਆਂ ਨੂੰ, ਢਾਡੀ ਜਥਿਆਂ ਨੂੰ ਸੱਦੇ ਪੱਤਰ ਦੇ ਕੇ ਬੁਲਾਇਆ ਜਾਂਦਾ ਸੀ। ਉਹਨਾਂ ਨੂੰ ਸਮਾਂ ਨਿਯਤ ਕੀਤਾ ਜਾਂਦਾ ਸੀ, ਕਿੰਨਾ ਸਮਾਂ ਦਿੱਤਾ ਜਾਊਗਾ, ਕੀ ਭੇਟਾ ਦਿੱਤੀ ਜਾਊਗੀ, ਤੈਅ ਕੀਤੀ ਜਾਂਦੀ ਸੀ ਤੇ ਬਕਾਇਦਾ ਰਸੀਦਾਂ ਦਿੱਤੀ ਜਾਂਦੀਆਂ ਸੀ। 1958 ਦੇ ਵਿੱਚ 300 ਰੁਪਏ ਭੇਟਾ ਦਿੱਤੀ ਜਾਂਦੀ ਸੀ। 1980 ਦੇ ਵਿੱਚ 500 ਰੁਪਏ ਭੇਟਾ ਦਿੱਤੀ ਜਾਂਦੀ ਸੀ ਤੇ ਅਜੋਕੇ ਹਾਲਾਤਾਂ ਦੇ ਵਿੱਚ 1100 ਰੁਪਏ ਭੇਟਾ ਦਿੱਤੀ ਜਾਂਦੀ ਹੈ, ਜਿੱਥੇ ਹਰ ਬੰਦੇ ਦੀ ਜਿਹੜੀ ਤਨਖਾਹ ਹੈ, ਉਮੀਦ ਕਰਦੇ ਆ ਲੋਕੀ ਸਰਕਾਰੀ ਦਫ਼ਤਰਾਂ ਦੇ ਵਿੱਚ 70-75 ਹਜ਼ਾਰ ਤੱਕ ਤਨਖਾਹ ਲੈ ਕੇ ਵੀ ਲੋਕਾਂ ਦਾ ਗੁਜ਼ਾਰਾ ਨਹੀਂ ਚੱਲਦਾ। ਪਰ ਦਿਹਾੜੀ ਮਹੀਨੇ ਵਿੱਚ 4 ਪ੍ਰੋਗਰਾਮ ਲੱਗਣੇ ਤੇ ਉਹ ਵੀ ਪੱਲੇ ਪੈਣਾ 200-250 ਰੁਪਇਆ। ਫਿਰ ਜੇਕਰ ਅਸੀਂ ਇਹਨਾਂ ਜਥਿਆਂ ਨੂੰ, ਇਹ ਪਰੰਪਰਾ ਨੂੰ, ਇਹਨਾਂ ਵੱਲ ਅਸੀਂ ਧਿਆਨ ਨਹੀਂ ਕਰਾਂਗੇ, ਅਸੀਂ ਦੁਨੀਆ ਦੇ ਵਿੱਚ ਦੂਰ ਦੂਰ ਤੱਕ ਚਾਹੁੰਦੇ ਹਾਂ ਕਿ ਸਿੱਖਾਂ ਦਾ ਬਹੁਤ ਵੱਡਾ ਨਾਮ ਹੋਵੇ, ਬਹੁਤ ਵੱਡੇ ਪ੍ਰੋਗਰਾਮ ਕਰਦੇ ਹਾਂ, 5-5 ਗੁਰੂ ਘਰ ਵੀ ਬਣਾ ਲਏ, ਸੰਸਥਾਵਾਂ ਬਣ ਗਈਆਂ। ਪਰ ਜੇਕਰ ਪ੍ਰਚਾਰ ਨਹੀਂ ਕੀਤਾ ਜਾਏਗਾ, ਜੇ ਪਰੰਪਰਾਵਾਂ ਹੀ ਸਾਡੀਆਂ ਅਲੋਪ ਹੋ ਗਈਆਂ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਇਤਿਹਾਸ ਸਾਡੇ ਬੱਚਿਆਂ ਨੂੰ ਨਹੀਂ ਪਤਾ ਹੋਣਾ। ਪਰੰਪਰਾਵਾਂ ਤਾਂ ਖਤਮ ਹੋਣੀਆਂ ਤੇ ਨਾਲ ਨਾਲ ਜਿਹੜੇ ਸਾਡੇ ਇਤਿਹਾਸ ਸੀਗਾ, ਜਿਹੜਾ ਸਾਡਾ ਜੋ ਗੁਰੂ ਸਾਹਿਬਾਨਾਂ ਦੇ ਜੀਵਨ ਦੀਆਂ ਘਟਨਾਵਾਂ, ਉਹਨਾਂ ਦੇ ਨਾਲ ਜੋ ਇਹਨਾਂ ਨੇ ਪਰੰਪਰਾ ਸਾਂਭੀ ਹੋਈ ਹੈ, ਜੋ ਇਤਿਹਾਸ ਇਹਨਾਂ ਦੇ ਕੋਲ ਹੈ, ਉਹਨੂੰ ਤੋੜ ਮਰੋੜ ਕੇ ਪੇਸ਼ ਵੀ ਕੀਤਾ ਜਾਏਗਾ। ਤੇ ਆਉਣ ਵਾਲੇ ਦਿਨਾਂ ਵਿੱਚ ਜੋ ਸਿੱਖੀ ਹੈ, ਜੋ ਸਿੱਖ ਨੇ, ਉਹਨਾਂ ਦੀ ਦਸ਼ਾ ਕੋਈ ਚੰਗੀ ਨਹੀਂ ਹੋਵੇਗੀ। ਉਮੀਦ ਕਰਦੇ ਹਾਂ ਕਿ ਇਸ ਰਿਪੋਰਟ ਤੋਂ ਬਾਅਦ ਜ਼ਰੂਰ ਜੋ ਸੰਸਥਾਵਾਂ ਨੇ, ਸ਼੍ਰੋਮਣੀ ਕਮੇਟੀ ਹੈ, ਉਹਨਾਂ ਦੇ ਅਹੁਦੇਦਾਰ ਨੇ, ਜਾਂ ਆਮ ਸੰਸਥਾਵਾਂ ਜੋ ਧਰਮ ਪ੍ਰਚਾਰ ਦਾ ਕੰਮ ਕਰਦੀਆਂ ਨੇ, ਉਹ ਢਾਡੀ ਸਿੰਘਾਂ ਦੀ ਮਾਲੀ ਹਾਲਤ ਨੂੰ ਸੁਧਾਰਨ ਦੇ ਲਈ ਜ਼ਰੂਰ ਯਤਨ ਕਰਨਗੇ। ਨਿਰਭੈ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।